ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਰੇਡੀਓ ਸਿੰਘਨਾਦ ਹੈ। ਰੇਡੀਓ ਸਿੰਘਨਾਦ ਤੋਂ ਅੱਜ 29 ਦਸੰਬਰ 2023 ਦਿਨ ਸ਼ੁੱਕਰਵਾਰ 14 ਪੋਹ ਸੰਮਤ 555 ਨਾਨਕਸ਼ਾਹੀ ਦੇ ਮੁਤਾਬਕ ਸ਼ਾਮ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਿਆ ਹੈ ਜਸਵੀਰ ਸਿੰਘ। ਸਾਰੇ ਹੀ ਸੁਣਨ ਵਾਲਿਆਂ ਨੂੰ ਜਿਉਂ ਆਇਆ ਆਖਦਾ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਮੇਰਾ ਕਰਨ ਪਰਿਵਾਰਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨਾਮਦਾਨ ਬੱਚਿਆਂ ਦੀਆਂ ਲੰਮੀਆਂ ਉਮਰਾਂ ਵਿੱਦਿਆ ਦਾਨ ਆਪਸੀ ਪਿਆਰ ਮੁਹੱਬਤ ਦੀ ਦਾਤ ਬਖਸ਼ਿਸ਼ ਕਰਕੇ ਮੇਰੇ ਮਾਲਕ ਨਿਹਾਲ ਕਰਨ। ਇਹ ਆਵਾਜ਼ ਤੁਹਾਡੀ ਆਪਣੀ ਆਵਾਜ਼ ਹੈ ਅਤੇ ਇਸ ਆਵਾਜ਼ ਦਾ ਮਿਸ਼ਨ ਹੈ ਪੈ ਕਾਹੂ ਕੋ ਦੇਤ ਨਹਿ ਪੈ ਮਨ ਧਿਆਨ। ਅਤੇ ਸਾਡੇ ਸਾਰੇ ਪ੍ਰੋਗਰਾਮ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨੂੰ ਸਮਰਪਿਤ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਸਾਡੇ ਨੌਜਵਾਨ ਲਿਸਨਰ ਸਰਦਾਰ ਸੁਖਬੀਰ ਸਿੰਘ ਜੀ ਮਾਹਲ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਜੋ ਤੁਸੀਂ ਆਪਣੀ ਸੇਵਾ ਦਾ ਯੋਗਦਾਨ ਪਾ ਕੇ ਇਸ ਪਰਿਵਾਰ ਨੂੰ ਘਰ ਤੱਕ ਪਹੁੰਚਾਉਣ ਲਈ ਉਦਮ ਕੀਤਾ ਹੈ, ਗੁਰੂ ਮਹਾਰਾਜ ਸਫਲਾ ਕਰਨ। ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਨਾਮਦਾਨ ਬੱਚਿਆਂ ਦੀਆਂ ਲੰਮੀਆਂ ਉਮਰਾਂ ਵਿੱਦਿਆ ਦਾਨ ਆਪਸੀ ਪਿਆਰ ਮੁਹੱਬਤ ਦੀ ਦਾਤ ਬਖਸ਼ਿਸ਼ ਕਰਕੇ ਮੇਰੇ ਮਾਲਕ ਨਿਹਾਲ ਕਰਨ। ਆਓ ਪ੍ਰੋਗਰਾਮ ਕਰੀਏ ਸ਼ੁਰੂ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਸਿੱਖੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਿੱਖੀ ਦਾ ਨੀਂਹ ਪੱਥਰ ਰੱਖਿਆ ਤੇ ਇਹ ਨਾਲ ਕੰਡੀਸ਼ਨ ਰੱਖਤੀ। ਵੈਸੇ ਵੀ ਜਿਸ ਇਨਸਾਨ ਨੇ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਉਹਨੂੰ ਮੌਤ ਦਾ ਡਰ ਜਿਹੜਾ ਹੈ ਉਹ ਦੂਰ ਕਰਨਾ ਹੀ ਪਏਗਾ। ਕਿਉਂਕਿ ਜੇ ਅਸੀਂ ਹਰ ਵੇਲੇ ਹਾਏ ਮਰ ਗਿਆ ਕਰਦੇ ਰਹੀਏ ਤਾਂ ਕਿਸੇ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਆਪਾਂ ਦੇਖੋ ਕਿੱਥੇ ਜੰਮੇ, ਕਿਹਨਾਂ ਹਾਲਤਾਂ ਦੇ ਵਿੱਚ ਅਸੀਂ ਜਵਾਨ ਹੋਏ, ਫਿਰ ਇਹਨਾਂ ਮੁਲਕਾਂ 'ਚ ਆ ਕੇ ਅਸੀਂ ਸਭ ਕੁਛ ਬਣਾਇਆ। ਤੇ ਜੇ ਹਰ ਵੇਲੇ ਇਹੀ ਚ ਹਾਏ ਮੈਂ ਮਰ ਜਾਣਾ ਫਿਰ ਤਾਂ ਬੰਦਾ ਕੁਛ ਕਰਦਾ ਹੀ ਨਹੀਂ। ਇਹ ਜਿਹੜਾ ਪਹਿਲਾ ਸਬਕ ਹੈ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਤੇ ਇਹ ਜਿਹੜਾ ਸਬਕ ਹੈ ਇਹੀ ਸਬਕ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਦਿੱਤਾ ਗਿਆ, ਜਿਵੇਂ ਕਿ ਹਰ ਸਿੱਖ ਨੂੰ ਦਿੱਤਾ ਜਾਂਦਾ ਹੈ। ਤੇ ਹੁਣ ਪਿਛਲੇ ਦਿਨੀ ਸਾਕਾ ਸਰਹਿੰਦ ਹੋਇਆ, ਉਹਦੇ ਬਾਰੇ ਆਪਾਂ ਨੇ ਸ਼ਰਧਾ ਦੀ ਫੁੱਲ ਅਰਪਣ ਕੀਤੀ। ਤੇ ਹੁਣ ਕਈ ਵਾਰੀ ਮਨਾਂ ਦੇ ਵਿੱਚ ਆਉਂਦਾ ਵੀ ਆਪਾਂ ਸਰਹਿੰਦ ਦੀ ਗੱਲ ਤਾਂ ਕਰਦੇ ਹਾਂ, ਗੱਲ ਤਾਂ ਬਥੇਰੇ ਸਾਰੇ ਪ੍ਰਚਾਰਕ ਕਰ ਰਹੇ ਨੇ, ਪਰ ਉਹਦੇ ਬਾਰੇ ਜਾਣਕਾਰੀ ਸਾਨੂੰ ਹੈ ਕਿ ਨਹੀਂ ਹੈ। ਤੇ ਅੱਜ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਦਾਰ ਸਿਮਰਜੀਤ ਸਿੰਘ ਹੋਣਾ ਦੀ ਲਿਖਤ ਦੇ ਨਾਲ ਸਾਂਝ ਪਾ ਕੇ ਕਿ ਸਰਹਿੰਦ ਸ਼ਹਿਰ
ਤੇ ਸਾਕਾ ਸਰਹਿੰਦ ਦੀ ਜਿਹੜੀ ਇਤਿਹਾਸਿਕ ਜਾਣਕਾਰੀ ਆ ਉਹ ਸਾਡੇ ਸੁਣਨ ਵਾਲਿਆਂ ਨੂੰ ਦਿੱਤੀ ਜਾਵੇ। ਆਮ ਤੌਰ 'ਤੇ ਅਸੀਂ ਉਚਾਰਨ ਦੇ ਵਿੱਚ ਸਰਹੰਦ ਕਹਿੰਦੇ ਹਾਂ, ਪਰ ਸ਼ਾਇਦ ਸ਼ਹਿਰ ਦਾ ਨਾਂ ਸਰਹੰਦ ਨਹੀਂ ਹੈ। ਠੀਕ ਆ ਵੀ ਉਹ ਅਸੀਂ ਕੁਛ ਲਫ਼ਜ਼ ਇੱਦਾਂ ਦੇ ਬੋਲਦੇ ਹਾਂ ਜਿਹੜੇ ਬਿਲਕੁਲ ਨਹੀਂ ਹੈ। ਜਿਸ ਤਰ੍ਹਾਂ ਹੁਣ ਉਹ ਸ਼ਹਿਰ ਦਾ ਨਾਂ ਤਾਂ ਹੈਗਾ ਹੁਸ਼ਿਆਰਪੁਰ, ਅਸੀਂ ਸਿੱਧਾ ਕਹਿੰਦੇ ਹਾਂ ਹੁਸ਼ਿਆਰਪੁਰ। ਜਾਂ ਸ਼ਹਿਰ ਦਾ ਨਾਂ ਹੈ ਅੰਮ੍ਰਿਤਸਰ, ਅਸੀਂ ਕਹਿੰਦੇ ਅੰਮ੍ਰਿਤਸਰ, ਜਦੋਂ ਕਿ ਬੱਬਾ ਨਹੀਂ ਬੋਲਿਆ ਜਾਂਦਾ। ਅੰਮ੍ਰਿਤਸਰ ਨਹੀਂ ਹੈ, ਅੰਮ੍ਰਿਤਸਰ ਹੈ। ਪਰ ਚਲੋ ਇਹ ਸਾਡੀ ਜਿਹੜੀ ਸਲੈਂਗ ਲੈਂਗੁਏਜ ਆ ਉਹਦੇ ਢੰਗ ਤਰੀਕੇ ਨੇ। ਯਾਨੀ ਸਰਹਿੰਦ ਇੱਕ ਬਹੁਤ ਪੁਰਾਣਾ ਸ਼ਹਿਰ ਹੈ। ਇਸ ਦਾ ਅਨੁਮਾਨ ਆਲੇ ਦੁਆਲੇ ਦੇ ਜਿਹੜੇ ਥੇ ਆ ਉਹਨਾਂ ਵਿੱਚੋਂ ਨਿਕਲਦੀਆਂ ਪੁਰਾਤਨ ਇੱਟਾਂ, ਠੀਕਰੀਆਂ, ਟੁੱਟੇ ਠੂਠਿਆਂ ਤੇ ਮਿੱਟੀ ਦੇ ਭਾਂਡਿਆਂ ਤੋਂ ਲੱਗ ਜਾਂਦਾ ਹੈ। ਕਈ ਲੋਕਾਂ ਦਾ ਵਿਚਾਰ ਹੈ ਕਿ ਇਸ ਦਾ ਨਾਂ ਸਰਹਿੰਦ ਮੁਸਲਮਾਨਾਂ ਨੇ ਮੁਗਲ ਕਾਲ ਵੇਲੇ ਰੱਖਿਆ ਸੀ, ਕਿਉਂਕਿ ਇਹ ਹਿੰਦੁਸਤਾਨ ਦੇ ਸਿਰ ਉੱਤੇ ਉੱਤਰ ਵੱਲ ਆਖਰੀ ਸ਼ਹਿਰ ਸੀ। ਪਰ ਇਹ ਗੱਲ ਠੀਕ ਨਹੀਂ ਜਾਪਦੀ, ਕਿਉਂਕਿ ਇਹ ਸਥਾਨ ਮੁਸਲਮਾਨਾਂ ਦੇ ਇੱਥੇ ਪ੍ਰਾਚੀਨ ਜਿਹੜਾ ਹੈ ਬਹੁਤ ਪੁਰਾਣਾ ਸ਼ਹਿਰ ਹੈ ਤੇ ਇਸ ਦਾ ਮੁੱਢ ਜਿਹੜਾ ਹੈ ਉਹ ਪ੍ਰਾਚੀਨ ਆਰੀਆ ਲੋਕਾਂ ਨਾਲ ਜੁੜਦਾ ਹੈ ਤੇ ਹੋ ਸਕਦਾ ਹੈ ਇਹ ਉਸ ਤੋਂ ਵੀ ਪਹਿਲਾਂ ਦਾ ਹੋਵੇ। ਇਸ ਦਾ ਜ਼ਿਕਰ ਸਭ ਤੋਂ ਪਹਿਲਾਂ ਪ੍ਰਾਸ਼ਰ ਸੰਹਿਤਾ ਵਿੱਚ ਆਉਂਦਾ ਹੈ, ਜਿੱਥੋਂ ਲੈ ਕੇ ਵਰਾਹਮਿਰੀ ਨੇ ਆਪਣੀ ਬ੍ਰਿਹਤ ਸੰਹਿਤਾ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਵਰਾਹਮਿਰੀ ਮਹਾਰਾਜਾ ਬਿਕਰਮਾਦਿੱਤ ਦੇ 9 ਰਤਨਾਂ ਵਿੱਚੋਂ ਇੱਕ ਸੀ। ਉਹ ਲਿਖਦਾ ਹੈ ਕਿ ਸਰਹੰਦ ਸ਼ਹਿਰ ਸ਼ਤੁਦਰ ਦੇਸ਼ ਦਾ ਮੁੱਖ ਸਥਾਨ ਹੁੰਦਾ ਸੀ। ਮੈਂ ਦੱਸਦਾ ਜਾਵਾਂ, ਪੰਜਾਬ ਦੇ ਕਈ ਨਾਂ ਹੋਏ ਨੇ ਤੇ ਮੁਗਲ ਕਾਲ ਤੋਂ ਪਹਿਲਾਂ ਇਸ ਦਾ ਨਾਂ ਜੋ ਸਪਤ ਸਿੰਧੂ ਵੀ ਰਿਹਾ ਤੇ ਸ਼ਤੁਦਰ ਦੇਸ਼, ਸ਼ਤੁਦਰ ਕੀ ਹੈ, ਜਿਹੜੇ ਸਤਲੁਜ ਦੇ ਕੰਢੇ ਵਸਦਾ ਮੁਲਕ, ਕਿਉਂਕਿ ਸਤਲੁਜ ਸਭ ਤੋਂ ਵੱਡਾ ਦਰਿਆ ਸੀ। ਇੱਥੇ ਸਰਹਿੰਦ ਨਾਂ ਦੀ ਆਰੀਆ ਜਾਤੀ ਦੇ ਲੋਕ ਵਸਦੇ ਸਨ। ਸਰਹਿੰਦ ਲੋਕਾਂ ਦੇ ਨਾਂ ਤੋਂ ਹੀ ਉਹਨਾਂ ਦੇ ਇਸ ਮੁੱਖ ਨਗਰ ਦਾ ਨਾਂ ਸਰਹੰਦ ਪੈ ਗਿਆ। ਸ਼ਤੁਦਰ ਦੇਸ਼ ਇੱਕ ਵਿਸ਼ਾਲ ਇਲਾਕਾ ਸੀ। ਅੱਜ ਕੱਲ੍ਹ ਦੇ ਭੂਗੋਲ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਊਨਾ ਤਹਿਸੀਲ, ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਇਲਾਕੇ, ਨਾਲਾਗੜ੍ਹ ਤੇ ਸ਼ਿਮਲੇ ਦੇ ਇਲਾਕੇ, ਅੰਬਾਲਾ ਤਹਿਸੀਲ ਦਾ ਉੱਤਰ ਚੜ੍ਹਦਾ ਪਾਸਾ ਤੇ ਫਤਿਹਗੜ੍ਹ ਸਾਹਿਬ, ਰਾਜਪੁਰਾ, ਜ਼ਿਲ੍ਹਾ ਲੁਧਿਆਣਾ, ਨਾਭਾ ਤੇ ਪਟਿਆਲਾ, ਇਹ ਸਾਰੇ ਜਿਹੜੇ ਇਲਾਕੇ ਨੇ, ਵੱਡੇ ਵੱਡੇ ਸ਼ਹਿਰ ਨੇ, ਇਹ ਸ਼ਤੁਦਰ ਦੇਸ਼ ਵਿੱਚ ਆਉਂਦੇ ਸਨ। ਤੇ ਇਹ ਵੀ ਜ਼ਿਕਰ ਹੈ ਕਿ ਸਰਹਿੰਦ ਸ਼ਹਿਰ ਨੂੰ ਪੰਜਾਬ ਵਿੱਚ ਸਾਲਬਾਹਨ ਦੇ ਪੁੱਤਰ ਸਾਰ ਰਾਓ ਨੇ ਵਸਾਇਆ ਸੀ। ਉਸ ਸਮੇਂ ਇਸ ਦੇ ਵੱਡੇ ਭਰਾ ਰਸਾਲੂ ਦੇ ਅਧੀਨ ਭਾਦਸੋਂ, ਹੋਡਲਾ ਤੇ ਸੁਨਾਮ ਇਹ ਪਰਗਣੇ ਸਨ। ਹਾਂਸੀ ਵਿੱਚ ਇਸ ਦੇ ਭਾਈ ਹੰਸ ਰਾਏ ਦਾ ਰਾਜ ਸੀ। ਝੰਡੂ ਰਾਏ ਦਾ ਹਿਸਾਰ ਵਿੱਚ ਰਾਜ ਸੀ। ਫਿਰੋਜ਼ ਸ਼ਾਹ ਤੁਗਲਕ ਨੇ ਇਸ ਨਗਰ ਨੂੰ ਬਹੁਤ ਤਰੱਕੀ ਦਿੱਤੀ। ਅਕਬਰ ਦੇ ਸਮੇਂ ਇੱਥੇ 52 ਲੱਖ ਦੀ ਆਮਦਨੀ ਵਾਲੇ 32 ਪਰਗਣਿਆਂ ਦੀ ਸਰਕਾਰ ਬਣੀ। ਮੁਸਲਮਾਨ ਬਾਦਸ਼ਾਹਾਂ ਨੇ ਇਸ ਨੂੰ ਹਿੰਦ ਦਾ ਦਰਵਾਜ਼ਾ ਸਮਝ ਕੇ ਬਹੁਤ ਪ੍ਰਫੁੱਲਿਤ ਕੀਤਾ। ਕਹਿੰਦੇ ਨੇ ਕਿ ਇਹ ਨਗਰ 12 ਮੁਰੱਬਾ ਮੀਲ ਵਿੱਚ ਵਸਦਾ ਸੀ। ਇਹ ਸਰਕਾਰ ਮਦਰ ਦੇਸ਼ ਅਥਵਾ ਗੁਰੂ ਕੇ ਮਾਲਵੇ ਦੀ ਰੂਪ ਰੇਖਾ ਬਣਾਉਣ ਦਾ ਅੱਜ ਤੱਕ ਪ੍ਰਤੀਕ ਮੰਨੀ ਜਾਂਦੀ ਹੈ। ਅਲ ਬਰੂਨੀ ਪੁਸਤਕ ਅਲ ਹਿੰਦ ਵਿੱਚ ਲਿਖਦਾ ਹੈ ਕਿ ਪਹਿਲਾਂ ਇੱਥੇ ਸੂਰਜਵੰਸ਼ੀ ਰਾਜੇ ਰਾਜ ਕਰਦੇ ਸਨ। ਬਾਅਦ ਦੇ ਹਿੰਦੂ ਰਾਜ ਦੇ ਸਮੇਂ ਵਿੱਚ ਇਹ ਲਾਹੌਰ, ਰਾਜਧਾਨੀ ਬਠਿੰਡਾ ਦੇ
ਪਾਲ ਰਾਜਿਆਂ ਦਾ ਉੱਘਾ ਸਰਹੱਦੀ ਸ਼ਹਿਰ ਹੁੰਦਾ ਸੀ। ਉਹਨਾਂ ਦੀ ਦੱਖਣੀ ਹੱਦ ਥਾਨੇਸਰ ਤੋਂ ਦੱਖਣ ਤੱਕ ਜਾਂਦੀ ਸੀ। ਫਰਿਸ਼ਤਾ ਦੀ ਲਿਖਤ ਅਨੁਸਾਰ ਸਰਹਿੰਦ ਕਾਬਲ ਦੇ ਬ੍ਰਾਹਮਣ ਸ਼ਾਹੀ ਰਾਜਿਆਂ ਦੀ ਚੜ੍ਹਦੀ ਸਰਹੱਦ ਹੁੰਦਾ ਸੀ। ਵਲੀਉਲ ਸਦੀਕੀ ਆਪਣੀ ਪੁਸਤਕ ਆਇਨਾ ਬਾਗੜ ਬੰਸ ਵਿੱਚ ਲਿਖਦਾ ਹੈ ਕਿ ਇਸ ਸ਼ਹਿਰ ਦਾ ਨਾਮ ਸਰਹਿੰਦ ਲਾਹੌਰ ਦੇ ਰਾਜੇ ਲੋਮਾਨ ਰਾਓ ਵੱਲੋਂ 531 ਬਿਕਰਮੀ ਸੰਮਤ ਵਿੱਚ ਇਸ ਦੀ ਬੁਨਿਆਦ ਰੱਖਣ ਕਾਰਨ ਪਿਆ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਨੂਰਉਦੀਨ ਨੇ ਇਸ ਦਾ ਨਾਂ ਸੀ ਅਤੇ ਹਿੰਦ ਨੂੰ ਜੋੜ ਕੇ ਬਣਾਇਆ। ਇਸ ਦਾ ਮਤਲਬ ਹੈ ਸ਼ੇਰਾਂ ਦਾ ਜੰਗਲ। ਉਸ ਸਮੇਂ ਇਹ ਇਲਾਕਾ ਸ਼ੇਰਾਂ ਤੇ ਚੀਤਿਆਂ ਦੇ ਭਾਰੇ ਜੰਗਲਾਂ ਵਾਲਾ ਸੀ, ਜਿਸ ਕਾਰਨ ਇਸ ਦਾ ਨਾਂ ਸਰਹਿੰਦ ਪੈ ਗਿਆ। ਸੰਨ 1011 ਈਸਵੀ ਵਿੱਚ ਮਹਿਮੂਦ ਗਜ਼ਨਵੀ ਨੇ ਪਹਿਲੀ ਵਾਰ ਇਸ ਨੂੰ ਥਾਨੇਸਰ ਦੇ ਮੰਦਰਾਂ ਤੇ ਹੋਰ ਸ਼ਹਿਰਾਂ ਨੂੰ ਲੁੱਟਿਆ ਤੇ ਤਬਾਹ ਕਰ ਦਿੱਤਾ। ਪਰ ਹਿੰਦੂ ਰਾਜ ਇੱਥੋਂ ਉਸ ਸਮੇਂ ਖਤਮ ਹੋਇਆ ਜਦੋਂ 1193 ਈਸਵੀ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਫੜ ਕੇ ਕਤਲ ਕਰਵਾ ਦਿੱਤਾ। ਗੁਲਾਮ ਘਰਾਣੇ ਦੇ ਸੁਲਤਾਨ ਮਲਕ ਨਾਸਰੁਦੀਨ ਕਬਚਾ ਨੇ ਸੰਨ 1210 ਈਸਵੀ ਵਿੱਚ ਇਸ ਇਲਾਕੇ ਉੱਤੇ ਕਬਜ਼ਾ ਕਰ ਲਿਆ, ਪਰ ਇਲਤੁਤਮਿਸ਼ ਨੇ ਛੇਤੀ ਹੀ ਇਸ ਨੂੰ ਵਾਪਸ ਲੈ ਲਿਆ। ਨਾਸਰੁਦੀਨ, ਜੋ ਕਿ 1246 ਤੋਂ 1266 ਈਸਵੀ ਤੱਕ ਰਾਜ ਕਰਦਾ ਰਿਹਾ, ਦੇ ਵੇਲੇ ਬਲਬਨ ਦੇ ਭਤੀਜੇ ਸ਼ੇਰ ਖਾਂ ਨੇ ਸਰਹਿੰਦ ਵਿੱਚ ਇੱਕ ਕਿਲਾ ਬਣਵਾਇਆ। ਸੰਨ 1360 ਈਸਵੀ ਵਿੱਚ ਫਿਰੋਜ਼ ਸ਼ਾਹ ਤੁਗਲਕ ਨੇ ਸਰਹਿੰਦ ਨੂੰ ਸਮਾਣੇ ਦੀ ਹਕੂਮਤ ਤੋਂ ਅਲੱਗ ਕਰਕੇ ਇਸ ਅਧੀਨ 28 ਪਰਗਣੇ ਕਰ ਦਿੱਤੇ ਤੇ ਇਸ ਨੂੰ ਜ਼ਿਲ੍ਹੇ ਦਾ ਸਦਰ ਮੁਕਾਮ ਬਣਾ ਦਿੱਤਾ, ਭਾਵ ਹੈੱਡ ਆਫਿਸ। ਸਿਰਮੌਰ ਦੀ ਪਹਾੜੀ ਨੂੰ ਕੱਟ ਕੇ ਸਤਲੁਜ ਦਰਿਆ ਦਾ ਪਾਣੀ ਸਲੀਮਾ ਨਦੀ ਵਿੱਚ ਸੁੱਟ ਦਿੱਤਾ ਤੇ ਸਰਹੰਦ ਦੀ ਨਹਿਰ ਹੰਸਲੀ ਬਣਾ ਦਿੱਤੀ, ਜਿਸ ਨਾਲ ਸੁਨਾਮ ਤੱਕ ਦਾ ਇਲਾਕਾ ਖੁਸ਼ਹਾਲ ਹੋ ਗਿਆ। ਫਿਰੋਜ਼ ਸ਼ਾਹ ਤੁਗਲਕ ਨੇ ਸੰਨ 1360 ਈਸਵੀ ਵਿੱਚ ਹੰਸਲੀ ਦੇ ਕਿਨਾਰੇ ਇੱਕ ਬਹੁਤ ਵੱਡਾ ਕਿਲਾ ਬਣਵਾਇਆ। ਹੰਸਲੀ ਨੂੰ ਅੱਜ ਕੱਲ੍ਹ ਸਰਹਿੰਦ ਚੋ ਕਰਕੇ ਜਾਣਿਆ ਜਾਂਦਾ ਹੈ। ਪਹਿਲੇ ਸੈਯਦ ਬਾਦਸ਼ਾਹ ਸੈਯਦ ਖਿਜ਼ਰ ਖਾਂ ਨੇ ਦੇ ਆਖਰੀ ਦਿਨਾਂ ਵਿੱਚ ਸਰਹਿੰਦ ਦੀ ਹਕੂਮਤ ਲੋਧੀ ਅਫਗਾਨਾਂ ਪਾਸ ਚਲੀ ਗਈ। ਇਸ ਨੇ ਸੰਨ 1415 ਈਸਵੀ ਵਿੱਚ ਆਪਣੇ ਪੁੱਤਰ ਮਾਲਿਕ ਮੁਬਾਰਕ ਨੂੰ ਫਿਰੋਜ਼ਪੁਰ ਤੇ ਸਰਹਿੰਦ ਦਾ ਗਵਰਨਰ ਥਾਪਿਆ। ਸਾਧੂ ਨਾਦਰਾ ਨੂੰ ਉਪ ਗਵਰਨਰ ਮੁਕਰਰ ਕੀਤਾ ਸੀ, ਪਰ ਸੰਨ 1416 ਈਸਵੀ ਵਿੱਚ ਤਮਾਮ ਰਈਸ ਤੇ ਹੋਰਾਂ ਨੇ ਸਾਧੂ ਨਾਦਰਾ ਦਾ ਕਤਲ ਕਰ ਦਿੱਤਾ। ਅਗਲੇ ਸਾਲ ਇਸ ਬਗਾਵਤ ਨੂੰ ਸਮਾਣੇ ਦੇ ਗਵਰਨਰ ਜ਼ੀਰਕ ਖਾਂ ਨੇ ਦਬਾ ਦਿੱਤਾ। ਸੈਯਦ ਮੁਬਾਰਕ ਸ਼ਾਹ, ਜੋ ਕਿ 1421 ਤੋਂ 1435 ਤੱਕ ਦੇ ਆਪਣੇ ਵੇਲੇ ਗਖੜਾ ਨੇ ਲਾਹੌਰ ਤੇ ਜਲੰਧਰ ਉੱਪਰ ਕਬਜ਼ਾ ਕਰਨ ਤੋਂ ਬਾਅਦ ਸਰਹਿੰਦ ਉੱਤੇ ਹਮਲਾ ਕੀਤਾ। ਇੱਥੋਂ ਦਾ ਹਾਕਮ ਇਸਲਾਮ ਸ਼ਾਹ ਬੜੇ ਖਤਰੇ ਵਿੱਚ ਸੀ, ਪਰ ਸ਼ਾਹੀ ਫੌਜ ਦਿੱਲੀ ਤੋਂ ਆ ਪੁੱਜੀ ਅਤੇ ਗਖੜ ਅਕਤੂਬਰ 1421 ਈਸਵੀ ਵਿੱਚ ਮੁੜ ਲਾਹੌਰ ਚਲੇ ਗਏ। ਬਹਿਲੋਲ ਲੋਧੀ ਵੀ ਸਰਹਿੰਦ ਦਾ ਹੀ ਸੀ। ਉਹ ਇੱਥੇ ਹੀ ਪਲਿਆ ਤੇ ਇੱਥੇ ਹੀ ਵੱਡਾ ਹੋਇਆ। ਇੱਥੋਂ ਹੀ ਸੰਨ 1401 ਵਿੱਚ ਸੁਲਤਾਨ ਦੀ ਉਪਾਧੀ ਗ੍ਰਹਿਣ ਕਰਕੇ ਹਾਕਮ ਬਣਿਆ ਬਹਿਲੋਲ ਲੋਧੀ। ਇੱਥੋਂ ਹੀ ਉਹ ਦਿੱਲੀ ਜਾ ਕੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਬਾਬਰ ਬਾਦਸ਼ਾਹ ਨੇ 1526 ਈਸਵੀ ਵਿੱਚ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾ ਕੇ ਹਿੰਦੁਸਤਾਨ ਦਾ ਰਾਜ ਸੰਭਾਲ ਲਿਆ। ਸਰਹਿੰਦ ਵੀ ਉਸ ਦੇ ਕਬਜ਼ੇ ਵਿੱਚ ਚਲੀ ਗਈ। ਤਾਰੀਖੇ ਸਾਲਾਤੇ ਨੇ ਅਫਗੀਨਾ ਅਨੁਸਾਰ ਇਸ ਸਮੇਂ ਸਰਹਿੰਦ ਦੇ ਰਾਜਾ ਖਿਲਵਾਰ ਨੇ ਆਪਣੀ ਜ਼ਿਮੀਂਦਾਰੀ ਕਾਇਮ ਰੱਖਣ ਲਈ ਬਾਬਰ ਨੂੰ 3 ਪੰਡਾ ਸੋਨਾ ਭੇਟ ਕੀਤਾ। ਇਸ ਤੋਂ ਬਾਅਦ ਸੁਲਤਾਨ ਦੁਲੰਦੀ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਗਿਆ। ਉਸ ਸਮੇਂ ਉਸ ਦੇ ਅਧੀਨ 15 ਲੱਖ ਦੀ ਆਮਦਨ ਵਾਲਾ ਇਲਾਕਾ ਆਇਆ। ਸੰਨ 1529 ਵਿੱਚ ਪੰਜਾਬ ਦੇ ਗਵਰਨਰ ਮਿਰਜ਼ਾ ਕਾਮਰਾਮ ਨੇ
ਮਿਰਜ਼ਾ ਕਾਮਰਾਨ ਨੇ ਬਾਬਰ ਨੂੰ ਪੰਜਾਬ ਦੇ ਜਾਗੀਰਦਾਰਾਂ ਦੀ ਮੁਲਾਕਾਤ ਲਈ ਲਾਹੌਰ ਬੁਲਾਇਆ। ਬਾਬਰ ਦੇ ਪੁੱਜਣ ਤੋਂ ਪਹਿਲਾਂ ਉਹਨਾਂ ਨੇ ਮੁਗਲ ਰਾਜ ਦੀ ਈਨ ਮੰਨ ਲਈ। ਇਸ ਦੇ ਨਾਲ ਹੀ ਦਿੱਲੀ ਤੋਂ ਸਤਲੁਜ ਤੱਕ ਦਾ ਇਲਾਕਾ ਮੁਗਲ ਰਾਜ ਅਧੀਨ ਹੋ ਗਿਆ। ਤਾਂ ਬਾਕੀ ਤੇ ਅਕਬਰੀ ਅਨੁਸਾਰ ਬਾਦਸ਼ਾਹ ਹਮਾਯੂੰ ਦੇ ਸਮੇਂ ਰਾਜਕੁਮਾਰ ਅਕਬਰ ਨੂੰ ਸਰਹਿੰਦ ਵਿਖੇ ਬੈਰਮ ਖਾਂ ਪਾਸ ਪੜ੍ਹਨ ਲਈ ਭੇਜਿਆ ਗਿਆ। ਤਾਰੀਖ-ਏ ਹਮਾਯੂੰ ਅਨੁਸਾਰ ਮਿਕਰੀ ਜੰਗ ਨੂੰ ਹਮਾਯੂੰ ਦੁਆਰਾ ਸਰਹਿੰਦ ਸਰਕਾਰ ਦਾ ਹਾਕਮ ਥਾਪਿਆ ਗਿਆ। ਆਇਨੇ ਅਕਬਰੀ ਅਨੁਸਾਰ ਸਿਕੰਦਰ ਅਫਗਾਨ ਨੇ ਸਰਹਿੰਦ ਵਿਖੇ ਹਮਾਯੂੰ ਨਾਲ ਭਿਅੰਕਰ ਯੁੱਧ ਕੀਤਾ। ਅਕਬਰਨਾਮਾ ਅਨੁਸਾਰ ਅਕਬਰ ਦੇ ਸਮੇਂ ਬੈਰਾਮ ਖਾਂ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕੀਤਾ ਗਿਆ। ਅਕਬਰ ਬਾਦਸ਼ਾਹ ਨੂੰ ਸਰਹਿੰਦ ਬਹੁਤ ਚੰਗਾ ਲੱਗਾ। ਉਸਨੇ ਇਸ ਦੀ ਪ੍ਰਸਿੱਧੀ ਨੂੰ ਵਧਾਉਣ ਲਈ ਸਮਾਣਾ ਤੇ ਸੁਨਾਮ ਵੀ ਸਰਹਿੰਦ ਦੀ ਸਰਕਾਰ ਅਧੀਨ ਕਰ ਦਿੱਤੇ। ਸਰਹਿੰਦ ਦਾ ਸੰਬੰਧ ਸਿੱਧਾ ਦਿੱਲੀ ਨਾਲ ਜੋੜ ਦਿੱਤਾ ਗਿਆ। ਆਇਨੇ ਅਕਬਰੀ ਅਨੁਸਾਰ ਇਸ ਦੇ ਅਧੀਨ 52 ਲੱਖ ਦੀ ਆਮਦਨੀ ਵਾਲੇ 32 ਪਰਗਣੇ, ਜਿਨ੍ਹਾਂ ਦੀ ਡਿਟੇਲ ਇਸ ਤਰ੍ਹਾਂ: ਅੰਬਾਲਾ, ਬਨੂੜ, ਪਾਇਲ, ਭਦੌੜ, ਬਠਿੰਡਾ, ਪਰੰਦਰ, ਤਿਗੜਾ, ਥਾਨੇਸਰ, ਛੱਤ, ਝੜਿੱਕ, ਖਿਜ਼ਰਾਬਾਦ, ਦੁਰਾਲਾ, ਦਰੂਤ, ਦਿਉਗਣਾ, ਰੋਪੜ, ਸਰਹਿੰਦ ਜਾਂ ਹਵੇਲੀ, ਸਮਾਣਾ, ਸੁਨਾਮ, ਸਢੌਰਾ, ਸੁਲਤਾਨਪੁਰ, ਬਾਰਾਹ, ਸ਼ਾਹਬਾਦ, ਫਤਿਹਪੁਰ, ਕਰਿਆਤ ਰਾਏ ਸਾਮੂ, ਕੈਥਲ, ਘੁੜਾਮ, ਲੁਧਿਆਣਾ, ਮੁਸਵਾਬਾਦ, ਮਸੀਂਗਣ, ਮਨਸੂਰਪੁਰ, ਮਾਲੇਰ, ਮਾਛੀਵਾੜਾ, ਹਾਪਰੀ। ਇਹ 32 ਪਰਗਣੇ ਉਸ ਵੇਲੇ ਜੋ ਡਿਟੇਲ ਹੈ ਉਸ ਦੇ ਮੁਤਾਬਕ ਆਇਨੇ ਅਕਬਰੀ ਵਿੱਚ ਇਹ ਡਿਟੇਲ ਲਿਖੀ ਗਈ ਹੈ। ਇਹਨਾਂ ਸਾਰਿਆਂ ਦੀ ਆਮਦਨ ਜਿਹੜੀ ਸੀ ਉਹ 52 ਲੱਖ ਦੀ ਬਣਦੀ ਸੀ ਤੇ ਉਹ ਇਸ ਦੇ ਅਧੀਨ ਸੀ। ਇਸ ਵਿੱਚ ਜਿਹੜਾ 2 ਦਾ ਮੈਂ ਜ਼ਿਕਰ ਕੀਤਾ ਵੀ ਸੁਲਤਾਨਪੁਰ ਤੇ ਇੱਕ ਹੈ ਜੀ, ਨਹੀਂ ਸੌਰੀ, ਸੁਲਤਾਨਪੁਰ ਨਹੀਂ ਜੀ, ਇਹ ਹੈ ਫਤਿਹਪੁਰ ਤੇ ਕਰਿਆਤ ਰਾਏ ਸਾਮੂ। ਇਹਨਾਂ ਦਾ ਨਹੀਂ ਅਜੇ ਤੱਕ ਪਤਾ ਲੱਗਿਆ ਵੀ ਇਹ ਕਿਹੜੇ ਥਾਨ ਹਨ। ਅਤੇ ਪਰੰਦਰ ਵੀ ਸਰਸਵਤੀ ਨਦੀ ਉੱਪਰ ਵਸਿਆ ਹੋਇਆ ਕੋਈ ਪੁਰਾਣਾ ਕਸਬਾ ਹੋ ਸਕਦਾ ਹੈ, ਕਿਉਂਕਿ ਇਸ ਦਾ ਅਰਥ ਹੈ ਇੰਦਰ ਦੇਵਤੇ ਦਾ ਸ਼ਹਿਰ। ਤੇ ਦੈਂਤਾਂ ਦੀਆਂ 99 ਪੁਰੀਆਂ ਨੂੰ ਦੜਨ ਵਾਲਾ ਪੁਰੰਦਰ ਇੰਦਰ ਇਹ ਸਰਸਵਤੀ ਉੱਤੇ ਹੀ ਹੋ ਸਕਦਾ ਹੈ। ਮੁਸਲਮਾਨ ਬਾਦਸ਼ਾਹਾਂ ਦਾ ਲਾਹੌਰ ਤੋਂ ਦਿੱਲੀ ਜਾਣ ਵੇਲੇ ਰਸਤੇ ਦਾ ਸਭ ਤੋਂ ਵੱਡਾ ਪੜਾਅ ਸਰਹਿੰਦ ਹੁੰਦਾ ਸੀ। ਇਸ ਲਈ ਕਿਸੇ ਵੀ ਬਾਦਸ਼ਾਹ ਦੇ ਉਤਾਰੇ ਤੋਂ 2-3 ਮਹੀਨੇ ਪਹਿਲਾਂ ਸ਼ਹਿਰ ਵਿੱਚ ਗਹਿਮਾ ਗਹਿਮੀ ਹੋ ਜਾਂਦੀ ਸੀ। ਮੁਗਲਾਂ ਦੀ ਹਕੂਮਤ ਸਮੇਂ ਸਰਹਿੰਦ ਇੱਕ ਵੱਡਾ ਘੁੱਗ ਵਸਦਾ ਸ਼ਹਿਰ ਬਣ ਗਿਆ ਸੀ। ਕਿਹਾ ਜਾਂਦਾ ਹੈ ਕਿ ਉਸ ਵੇਲੇ ਇੱਥੇ 360 ਮਸਜਿਦਾਂ, ਮਕਬਰੇ ਤੇ ਸਰਾਵਾਂ ਤੇ ਖੂਹ ਸਨ। ਆਇਨੇ ਅਕਬਰੀ ਅਨੁਸਾਰ ਕੁਝ ਸਮੇਂ ਲਈ ਮਿਰਜ਼ਾ ਰੁਸਤਮ ਵੀ ਸਰਹਿੰਦ ਵਿਖੇ ਨਿਯੁਕਤ ਕੀਤਾ ਗਿਆ। ਮੀਨਾਰੁਲ ਉਮਰਾ ਅਨੁਸਾਰ ਅਕਬਰ ਤੋਂ ਬਾਅਦ ਸ਼ਾਹਜਹਾਨ ਦੇ ਸਮੇਂ 1630 ਈਸਵੀ ਵਿੱਚ ਸਰਹਿੰਦ ਦੇ ਸੂਬੇ ਦੇ ਸਬੰਧ ਮੁਗਲਾਂ ਨਾਲ ਸੁਖਾਵੇਂ ਨਾ ਰਹੇ। 1631 ਈਸਵੀ ਵਿੱਚ ਸ਼ਾਹਜਹਾਨ ਨੇ ਪਹਿਲਾਂ ਰਾਏ ਕਾਸ਼ੀ ਦਾਸ ਤੇ ਬਾਅਦ ਵਿੱਚ ਦਿਆਨਤ ਖਾਂ ਨੂੰ ਦੀਵਾਨੀ, ਅਮੀਨੀ ਤੇ ਫੌਜਦਾਰੀ ਦੇ ਅਹੁਦੇ ਸੌਂਪੇ। ਇਹਨਾਂ ਤੋਂ ਬਾਅਦ ਸੇਠ ਟੋਡਰਮਲ ਨੂੰ ਰਾਏ ਦੀਵਾਨ ਦੀ ਪਦਵੀ ਦੇ ਕੇ ਉਪਰੋਕਤ ਸਾਰੇ ਅਧਿਕਾਰ ਦੇ ਦਿੱਤੇ ਗਏ। ਦੀਵਾਨ ਟੋਡਰਮਲ ਦੇ ਕੰਮ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ 1648 ਵਿੱਚ ਰਾਜਾ ਦਾ ਖਿਤਾਬ ਦਿੱਤਾ। ਬਾਦਸ਼ਾਹ ਨੇ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਲੋਧੀ ਦੇ 50 ਲੱਖ ਰੁਪਏ ਦੀ ਆਮਦਨ ਦਾ ਇਲਾਕਾ ਵੀ ਦੇ ਦਿੱਤਾ। ਦੀਵਾਨ ਟੋਡਰਮਲ ਦੇ ਕੰਮਾਂ ਤੋਂ ਜਨਤਾ ਵੀ ਬਹੁਤ ਖੁਸ਼ ਸੀ। ਬਾਦਸ਼ਾਹ ਨੇ ਉਸ ਦੇ ਕੰਮ ਤੋਂ ਖੁਸ਼ ਹੋ ਕੇ ਖਿੱਲਤ ਦਿੱਤੀ। ਹਾਥੀ, ਘੋੜੇ ਸਨਮਾਨ ਵਜੋਂ ਦਿੱਤੇ ਗਏ। ਦੀਵਾਨ ਟੋਡਰਮਲ ਦੇ ਸਮੇਂ ਵਿੱਚ ਸਰਹਿੰਦ ਨੇ ਬਹੁਤ ਤਰੱਕੀ ਕੀਤੀ। ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ ਦੇ ਸਮੇਂ ਵਿੱਚ ਸਰਹਿੰਦ ਦਾ ਪ੍ਰਬੰਧ ਦੀਵਾਨ ਟੋਡਰਮਲ ਤੋਂ ਲੈ ਕੇ ਮੀਰ ਬਾਕਰ ਖਾਂ, ਅਬਦੁਲ ਅਜ਼ੀਜ਼ ਖਾਂ ਤੇ ਬਾਅਦ ਵਿੱਚ ਵਜ਼ੀਰ ਖਾਂ ਸੂਬਾ ਸਰਹਿੰਦ ਪਾਸ ਆਇਆ।
ਇੱਥੋਂ ਹੀ ਸਾਕਾ ਸਰਹਿੰਦ ਦਾ ਮੁੱਢ ਵੱਜਣਾ ਸ਼ੁਰੂ ਹੋ ਗਿਆ ਤੇ ਇਸ ਨੂੰ ਬਿਆਨ ਕਰਨ ਵਾਲੇ ਇਤਿਹਾਸਕਾਰ ਸੰਸਾਰ ਪ੍ਰਸਿੱਧ ਕਰਬਲਾ ਦੇ ਦੁਖਾਂਤ ਤੋਂ ਵੀ ਇਸ ਸਾਕੇ ਨੂੰ ਵੱਡਾ ਮੰਨਦੇ ਨੇ। ਦਸੰਬਰ 1704 ਈਸਵੀ ਦੇ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਉਹਨਾਂ ਦੀ ਦਾਦੀ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦਾ ਕੋਤਵਾਲ ਵਜ਼ੀਰ ਖਾਨ ਪਾਸ ਸਰਹਿੰਦ ਛੱਡ ਗਿਆ। ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਇਸ ਦਾ ਜ਼ਿਕਰ ਹੈ ਕਿ ਜਦ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਆਂਦਾ ਗਿਆ ਤਾਂ ਉਸ ਸਮੇਂ ਉਹਨਾਂ ਨੇ ਨੀਲਾ ਬਾਣਾ ਪਾਇਆ ਹੋਇਆ ਸੀ। ਉਹਨਾਂ ਦੇ ਖੂਬਸੂਰਤ ਬਦਨ ਭਾਵ ਸਰੀਰ ਇੰਜ ਲੱਗ ਰਹੇ ਸਨ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ। ਹੱਥਾਂ ਵਿੱਚ ਹੱਥਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ। ਨੀਲੇ ਝੱਗੀਆਂ ਤਨ ਮੋਹ ਕੈਸੇ, ਬਿਜਲੀ ਸ਼ਿਆਮ ਅਭ ਮੈਂ ਜੈਸੇ, ਕੋਮਲ ਅਮਗ ਹਥੌੜੀ ਹਾਥਾ, ਪਾਦ ਜੰਜੀਰੀ ਤਿੰਨ ਕੋ ਸਾਥਾ। ਕਹਿੰਦੇ ਨੇ ਕਚਹਿਰੀ ਵਿੱਚ ਪੇਸ਼ ਹੋਣ ਵੇਲੇ ਉਹਨਾਂ ਕੇਸਰੀ ਬਾਣਾ ਸਜਾ ਲਿਆ। ਕੇਸਰੀ ਅੰਗ ਪੁਸ਼ਾਕ ਮੁਹਾਬਰ, ਇਹ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਅੰਕਿਤ ਹੈ। ਉਹਨਾਂ ਨੂੰ ਦੇਖ ਕੇ ਸੂਬੇਦਾਰ ਦੇ ਮਨ ਵਿੱਚ ਆਇਆ ਕਿ ਇਹਨਾਂ ਨੂੰ ਦੀਨੇ ਮੁਹੰਮਦੀ ਵਿੱਚ ਲਿਆਉਣਾ ਚਾਹੀਦਾ ਹੈ, ਜਿਸ ਨੂੰ ਅਸੀਂ ਅੱਜ ਕੱਲ੍ਹ ਇਸਲਾਮ ਕਹਿੰਦੇ ਹਾਂ। ਇਹਨਾਂ ਤਿੰਨਾਂ ਨੂੰ ਸਰਹਿੰਦ ਦੇ ਕਿਲੇ ਦੇ ਠੰਡੇ ਬੁਰਜ ਵਿੱਚ ਕੈਦ ਕਰਤਾ ਗਿਆ। ਠੰਡੇ ਬੁਰਜ ਨੂੰ ਸਰਦ ਬੁਰਜ ਵੀ ਕਿਹਾ ਜਾਂਦਾ ਸੀ। ਸ਼ਹਿਰ ਸਰਹਿੰਦ ਦੇ ਚਾਰੇ ਪਾਸੇ ਇੱਕ ਕੰਧ ਸੀ, ਉਸ ਵਿੱਚ 8 ਬੁਰਜ ਸਨ। ਠੰਡਾ ਬੁਰਜ ਉਸ ਨੂੰ ਇਸ ਲਈ ਕਿਹਾ ਜਾਂਦਾ ਸੀ ਕਿ ਇਹ 140 ਫੁੱਟ ਉੱਚਾ ਸੀ ਤੇ ਇਸ ਦੇ ਨਾਲ ਠੰਡੇ ਪਾਣੀ ਦਾ ਨਾਲਾ ਵਗਦਾ ਸੀ, ਜਿਸ ਕਾਰਨ ਇਹ ਬਹੁਤ ਠੰਡਾ ਰਹਿੰਦਾ ਸੀ ਤੇ ਸੂਬਾ ਗਰਮੀ ਦੇ ਦਿਨਾਂ ਵਿੱਚ ਇੱਥੇ ਠਹਿਰਿਆ ਕਰਦਾ ਸੀ, ਕਿਉਂਕਿ ਉਸ ਵੇਲੇ ਏਅਰ ਕੰਡੀਸ਼ਨਿੰਗ ਜਾਂ ਹੋਰ ਪ੍ਰਬੰਧ ਨਹੀਂ ਸਨ, ਇਸ ਲਈ ਇਹ ਤਰੀਕਾ ਵਰਤਿਆ ਜਾਂਦਾ ਸੀ। ਅੱਤ ਦੀ ਠੰਡ ਦੇ ਦਿਨਾਂ ਵਿੱਚ ਬਿਰਧ ਮਾਤਾ ਗੁਜਰੀ ਜੀ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਨਿੱਘ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਧਰਮ ਉੱਤੇ ਡਟੇ ਰਹਿਣ ਦੀ ਸਿੱਖਿਆ ਦੇ ਰਹੇ ਸਨ। ਇੱਥੇ ਭਾਈ ਮੋਤੀ ਰਾਮ ਜੀ ਨਾਮ ਦਾ ਭਲਾ ਪੁਰਖ ਨਵਾਬ ਵਜ਼ੀਰ ਖਾਨ ਦਾ ਰਸੋਈਆ ਸੀ। ਇਹ ਗੁਰੂ ਘਰ ਦਾ ਸ਼ਰਧਾਲੂ ਵੀ ਸੀ। ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿੱਚ ਦੁੱਧ ਪਹੁੰਚਾਉਂਦਾ ਰਿਹਾ। ਇਸ ਗੱਲ ਦਾ ਪਤਾ ਲੱਗਣ ਉੱਤੇ ਨਵਾਬ ਵਜ਼ੀਰ ਖਾਨ ਨੇ ਉਸ ਨੂੰ ਸਾਰੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ। ਹੁਕਮ ਦੀ ਤਾਮੀਲ ਕਰਦਿਆਂ ਦੀਵਾਨ ਸੁੱਚਾ ਨੰਦ ਦੀ ਅਗਵਾਈ ਹੇਠ ਸਿਪਾਹੀ ਠੰਡੇ ਬੁਰਜ ਤੋਂ ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਅੱਲਾ ਯਾਰ ਖਾਂ ਯੋਗੀ ਨੇ ਇਸ ਘਟਨਾ ਨੂੰ ਕਲਮਬੰਦ ਕਰਦੇ ਹੋਏ ਲਿਖਿਆ ਹੈ, ਬੱਚੋਂ ਕੋ ਲੈਣੇ ਆਏ ਗਰਜ਼ ਚੰਦ ਬੇਹਿਆ, ਸਰਦਾਰ ਇਨਕਾ ਕਹਤੇ ਕਿ ਸੁੱਚਾ ਨੰਦ ਥਾ। ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਦੀ ਜੁਦਾਈ ਦਾ ਸਮਾਂ ਸਿਰ ਉੱਤੇ ਆਣ ਪਹੁੰਚਾ। ਅੱਲਾ ਯਾਰ ਖਾਂ ਯੋਗੀ ਇਸ ਬਾਰੇ ਮਾਤਾ ਗੁਜਰੀ ਜੀ ਦੇ ਵਿਚਾਰ ਕਲਮਬੰਦ ਕਰਦਾ ਲਿਖਦਾ ਹੈ ਕਿ ਜਾਣੇ ਸੇ ਪਹਿਲੇ ਆਓ गले से लगा तो लूं, केसों को कंगी करूं जरा, मुंह धुला तो लूं, प्यारे से सरों पे नन्ही सी कलगी सजा तो लूं, मरने से पहले तुमको दुल्हा बना तो लूं। ਸਾਹਿਬਜ਼ਾਦਿਆਂ ਨੂੰ ਲਿਆ ਕੇ ਕਚਹਿਰੀ ਵਿੱਚ ਪੇਸ਼ ਕਰਨ ਲਈ ਸਿਪਾਹੀ ਪੈਦਲ ਹੀ ਵਜ਼ੀਰ ਖਾਨ ਦੀ ਕਚਹਿਰੀ ਵੱਲ ਤੁਰ ਪਏ। ਜਦ ਉਹ ਕਚਹਿਰੀ ਦੇ ਨੇੜੇ ਪਹੁੰਚੇ ਤਾਂ ਸਾਹਿਬਜ਼ਾਦਿਆਂ ਨੇ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ ਤੇ ਨਿੱਕੀ ਜਿਹੀ ਬਾਰੀ ਖੁੱਲੀ ਹੈ, ਜਿਸ ਦੇ ਅੰਦਰ ਜਾਣ ਲਈ ਸਿਰ ਝੁਕਾਉਣਾ ਪੈਂਦਾ ਹੈ। ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਨਾਲ ਉਹਨਾਂ ਪਹਿਲਾਂ ਪੈਰ ਅੰਦਰ ਕੀਤੇ ਤੇ ਫਿਰ ਸੀਸ ਝੁਕਾਏ ਅੰਦਰ ਦਾਖਲ ਹੋ ਗਏ। ਵਜ਼ੀਰ ਖਾਨ ਦੀ ਕਚਹਿਰੀ ਲੱਗੀ ਹੋਈ ਸੀ। ਸਾਹਿਬਜ਼ਾਦਿਆਂ ਨੇ ਅੰਦਰ ਪਹੁੰਚਦਿਆਂ ਹੀ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਉੱਚੇ ਜੈਕਾਰੇ ਨਾਲ ਕਚਹਿਰੀ ਗੂੰਜ ਉੱਠੀ
ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨਿਡਰ ਸਾਹਿਬਜ਼ਾਦਿਆਂ ਉੱਤੇ ਟਿਕ ਗਈਆਂ। ਸੂਬੇਦਾਰ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਕਈ ਤਰ੍ਹਾਂ ਦੇ ਤਸੀਹਿਆਂ ਦੇ ਨਾਲ ਨਾਲ ਲਾਲਚ ਵੀ ਦਿੱਤੇ ਗਏ। ਇਹ ਕਿਹਾ ਕਿ ਔਰੰਗਜ਼ੇਬ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਉਂਦੇ ਹਾਂ, ਰਾਜ ਲੈ ਦਿੰਦੇ ਹਾਂ, ਰੇਸ਼ਮੀ ਕੱਪੜੇ ਪਾਓ, ਸ਼ਹਿਜ਼ਾਦੀਆਂ ਦੇ ਡੋਲੇ ਵੀ ਲੈ ਲਵੋ, ਸਿਰਫ इस्लाम कबूल कर लो। तुम्हें शाह के मेल करावै, बहु देशन को राज दिवावै। पट भूखन तुम अनमन दह है, दुख तर सहित सूबतर वह है। ज्योति नार चाह जो देही, नील पटंबर धारो एही। पर सूरमे साहबजादियां ने सब लालच ठुकरा दिते। उन्हें कहा कि वह धर्म उत्ते पक्के रहणगे, चाहे इस लिए शहादत ही क्यों न देनी पवे। हमरे बंस रीत एवें आई, सीस देत पर धर्म न जाई। ते उन्होंने होर कहा कि सानू जो खास तौर ते सानू सबक दिता गया वो की है। जदों उन्होंने कहा, कचहरी हैरान हो गई। जदों बच्चियां ने ਜਦੋਂ ਸਾਹਿਬਜ਼ਾਦਿਆਂ ਨੇ ਇਹ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਕਿਹਾ ਕਿ ਸ਼ਹਾਦਤ ਹੀ ਸਾਨੂੰ ਕਿਉਂ ਦੇਣੀ ਪਵੇ। ਗੁਰਬਲਾਸ ਪਾਤਸ਼ਾਹ 10ਵੀਂ ਦੇ ਵਿੱਚ ਦਰਜ ਹੈ, ਹਮਰੇ ਬੰਸ ਰੀਤ ਐਵੇਂ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਤਾਂ ਕਹਿੰਦੇ ਨੇ ਸੁੱਚਾਨੰਦ ਨੇ ਕਿਹਾ, ਇਹ ਮੂਏ ਬਿਨ ਨਹਿ ਕਲਿਆਣੀ। ਤੇ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਭਾਈ ਦੁਨਾ ਸਿੰਘ ਨੇ ਲਿਖਿਆ ਹੈ ਕਿ ਕਿਤਨਾ ਦੁੱਖ ਦਿੱਤਾ ਗਿਆ ਪਰ ਸਾਹਿਬਜ਼ਾਦੇ ਦ੍ਰਿੜ ਰਹੇ। ਬਾਲ ਬੁਲਾਏ ਲਏ ਜਬ ਹੀ, ਤਬ ਆਨ ਅਦਾਲਤ बीच ਪਠਾਏ। ਦੇਖਤ ਹੈ ਸਭ ਹੀ ਜਗ ਆਏ, ਮਨੋ ਫੂਲ ਗੁਲਾਬ ਸੁਹਾਏ। ਤਹ ਮਲੇਛ ਲਗੇ ਦੁਖ ਦੇਵਨ, ਚਾਹਤ ਹੈ ਖਲ ਦੀਨ ਮਿਲਾਏ। ਨਾਹਿ ਮਨੈ ਦੁਖ ਸੀਸ ਸਹੈ, ਦ੍ਰਿੜਤਾ ਹਰ ਆਪ ਦੇਈ ਤੇ ਨਿਆਏ। ਕਹਿੰਦੇ ਨੇ ਹਾਰ ਮੰਨ ਕੇ ਸੂਬੇ ਨੇ ਉਹਨਾਂ ਨੂੰ ਦੂਸਰੇ ਦਿਨ ਪੇਸ਼ ਕਰਨ ਦਾ ਹੁਕਮ ਦੇ ਦਿੱਤਾ। ਅਗਲੇ ਦਿਨ ਫੇਰ ਕਚਹਿਰੀ ਲੱਗ ਗਈ। ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ। ਉਹੀ ਪਿਆਰੇ ਬੱਚੇ ਅੱਗੇ ਨਾਲੋਂ ਵੀ ਚੜ੍ਹਦੀ ਕਲਾ ਵਿੱਚ ਪੇਸ਼ ਹੋਏ। ਸੂਬੇਦਾਰ ਦਾ ਗੁੱਸਾ ਆਪੇ ਤੋਂ ਬਾਹਰ ਹੁੰਦਾ ਜਾਂਦਾ ਸੀ ਤੇ ਉਸਨੇ ਕਹਿੰਦੇ ਨੇ ਬਥੇਰੀ ਕੋਸ਼ਿਸ਼ ਕੀਤੀ ਪਰ ਉਸਦੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ਕਸੂਰ ਸਮਝਾ ਕੇ ਉਹਨਾਂ ਨੂੰ ਸਜ਼ਾ ਦੇਣ ਲਈ ਕਿਹਾ ਗਿਆ। ਕਾਜ਼ੀ ਨੇ ਕਿਹਾ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਮਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। ਸੂਬੇ ਵੱਲੋਂ ਸ਼ੇਰ ਮੁਹੰਮਦ ਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਕਿਹਾ ਗਿਆ ਕਿ ਉਸਦੇ ਭਰਾ ਨਾਰ ਖਾਂ ਨੂੰ ਅਤੇ ਉਸਦੇ ਭਾਣਜੇ ਖਿਜ਼ਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੇ ਯੁੱਧ ਵਿੱਚ ਮਾਰ ਦਿੱਤਾ ਸੀ। ਉਹ ਇਹਨਾਂ ਦਾ ਬਦਲਾ ਇਹਨਾਂ ਬੱਚਿਆਂ ਕੋਲੋਂ ਲੈ ਲਵੇ। ਕਹਿੰਦੇ ਨੇ ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਦਲੀਲ ਨੂੰ ਰੱਦ ਹੀ ਨਹੀਂ ਕੀਤਾ, ਸਗੋਂ ਹਾਂ ਦਾ ਨਾਰਾ ਵੀ ਮਾਰਿਆ ਤੇ ਸ਼ੀਰ ਖੋਰਾਂ ਉੱਤੇ ਜ਼ੁਲਮ ਢਾਉਣਾ ਠੀਕ ਨਹੀਂ। बदला ही लेना होगा तो हम ले गए बाप से, महफूज रखे हमको खुदा ऐसे पाप से। इस दा वर्णन महिमा प्रकाश वार्तक विच इस तरह किया गया है। ये शीर खोर लड़के हैं, इनकी बदी चाहना बड़ा अजाब है। नवाब मलेरकोटले दा ये दलेरी भरिया जवाब सुन के सुचानंद ने अपनी मत बुद्धि ਜਿਹੜੀ ਮੰਦ ਬੁੱਧੀ ਸੀ ਮਲੀਨ ਬੁੱਧੀ ਨਾਲ ਭਰਪੂਰ ਇੱਕ ਵਾਰ ਹੋਰ ਕੀਤਾ। ਉਹਨ ਕਹਿਓ ਨਵਾਬ, ਇਹ ਸਰਪ ਬਸੂਰੇ, ਛੋਟੇ ਬੜੇ ਇਹ ਡਸਗ ਜ਼ਰੂਰੇ। ਇਹ ਬਾਤ ਸੁਣ ਕੇ सूबेदार को खौफ खुदा का हुआ। सुचानंद ने कहा, ये शीर नहीं शेर के बच्चे हैं। जद सियाणे होएंगे तद ये तूफान उठावेंगे और इनको सलाम करनू कह ये नहीं करनगे।
वजीर खां ने कहा, इनको कहो सलाम करो। सुचानंद ने कहा, सूबे को सलाम करो। तद साहिबजादियां वचन किया, जो हमने सच्चे पातशाह को सलाम किया है और को सलाम नहीं करते। सुचानंद ने मौका संभाल के किया, जो मैं अर्ज किया सो आपने देखा जनाब। इस बात को चित देख के झूठा नंद का कहना दृढ़ पाया। तद उसने जल्लाद को कहा, इस तरह एक कारा हुआ। अज भी गल किसी कंडे न लगती देख के अगली पेशी रखी गई। फिर वही पुरानी रट कि इस्लाम कबूल करो जी। पर साहिबजादे अडोल, शांत ते बेपरवाह रहे। भला जिन्हां बच्चियां ने बचपन विच ही दादे पड़दादे दीआं बहादरीआं दे किस्से अपनी दादी जी तो सुने होण, श्री अनंदपुर साहब विखे सूरबीर सिखां नूं अपने धर्म लई अपने अखीं शहीद हुंदा वेखिया होवे, भाई बचित्र सिंह वर्गे सूरबे नूं हाथी नाल लड़दा देखिया होवे, उन्हां नूं धर्म बदलण लई कोई लालच जां डर की कर सकदा सी। इतिहासकार मुहम्मद लतीफ पंजाब दा इतिहास विच लिखदा है कि जदों सूबे ने बच्चों ने पूछया कि जे तुहानूं आज़ाद करता जावे तो तुसीं की करोगे। साहिबजादियां दा उत्तर सी, जवाब सी, खिंडे पुंडे सिखां नूं जथेबंद करांगे, उन्हां नूं जंगी हथियार जुटावांगे, तुहाडे नाल लड़ांगे ते तुहानूं मौत दे घाट उतारांगे। जवाब ने फिर पूछया, जे तुसीं जंग विच हार गए तो फिर की करोगे। इस ते साहिबजादियां दा फिर उही जवाब सी कि करना की है, फिर अपनियां फौजां इकट्ठियां करांगे, उस वेले तक लड़दे रहांगे जदों तक तुसीं मुੱਕ नहीं जांदे ते जां असीं शहीद नहीं हो जांदे। इस गल दा भी जिक्र मिलदा है कि बच्चियां दी परख करन लई सोहणे सोहणे कपड़ियां, खिडौणियां, मठियाइयां ते जंगी साजो समान दीआं दुकानां सजाईयां गईयां। जदों बच्चियां नूं उन्हां दुकानां पास रजाया गया तो ਉਹ बाकी दुकानां छड्ड के हथियारां वाली दुकान ते जा खड़े ते उन्हां दी ਜਾਂਚ परख करन लग पए। दूजे पासे जदों सरहिंद दी संगत ने साहिबजादियां नूं ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦੇ ਫਤਵੇ ਬਾਰੇ ਸੁਣਿਆ ਤਾਂ ਸ਼ਹਿਰ ਦੇ ਕੁਝ ਮੁਖੀਆਂ ਨੇ ਦੀਵਾਨ ਟੋਡਰਮਲ ਦੇ ਘਰ ਇਕੱਠ ਕੀਤਾ। ਸਲਾਹ ਮਸ਼ਵਰੇ ਦੌਰਾਨ ਮਤਾ ਪਕਾਇਆ ਕਿ ਇਹਨਾਂ ਦੇ ਤੋਲ ਦੇ ਬਰਾਬਰ ਸੋਨਾ ਦੇ ਕੇ ਬੱਚਿਆਂ ਨੂੰ ਬਚਾ ਲਈਏ। ਪਰ ਇੱਕ ਸਿਆਣੇ ਸਿੱਖ ਨੇ ਕਿਹਾ, ਉਹ ਭਾਊ ਤੁਸੀਂ ਮੁਗਲਾਂ ਨੂੰ ਨਹੀਂ ਜਾਣਦੇ, ਭਾਣਾ ਵਰਤ ਕੇ ਰਹਿਣਾ, ਇਹ ਸੋਨਾ ਵੀ ਰੱਖ ਲੈਣਗੇ ਤੇ ਇਹਨਾਂ ਨੂੰ ਸ਼ਹੀਦ ਵੀ ਕਰ ਦੇਣਾ ਇਹਨਾਂ ਨੇ। सीरंद की संगत सब है, मन में करत विचार, तोल सोयन कर दीजिए कनक जहाँ निर्धार। एक सिख तब यों कही, स्वर्ण लहेंगे लूट, होवग से गुर ने ठटी, हमरी कहाँ पहुँच। दीवान टोडरमल की अगवाई च एक वफद वजीर खां नूं मिलिया। वजीर खां ने इस वफद नूं झूठा भरोसा दे दिता कि गुरु परिवार का जी पूरा पूरा ख्याल रखा जाऊगा। ते उधर कोई भी जल्लाद साहिबजादियां नूं शहीद करन लई नहीं सी मन रहा। दिल्ली दे शाही जल्लाद साशल बेग ते बाशल बेग समाणे दे रहण वाले सन। इन्हां ते कतल दे संबंध विच सरहिंद दी कचहरी विच मुकदमा भी चल रहा सी। नवाब वजीर खां ने मुकदमा बर्खास्त करन दी शर्त उत्ते उन्हां नूं साहिबजादियां नूं ज़िबा करन लई मना लिया। इस तरह पहलां मासूम साहिबजादियां नूं जिंदा ही कंधां विच चिण दिता गया अते बाद विच ज़िबा करके शहीद कर दिता गया। भाई रतन सिंह जी भंगू प्राचीन पंथ प्रकाश विच लिखदे ने, हुतो ओहां तो छुरा एक वारो, दै गोडे हेठ कर ज़िबा डारो, तड़फ तड़फ गई जिंद उड़ाए, इम शीर खोर दोए दए कतलाए। ते भाई सुखा सिंह जी गुरबलास विच लिखदे ने, दो सीसन के सीस उतारी, देओ सीसन के सीस उतारी, दए कांट उन अधम गवारी।
274ਵਾਂ ਬੰਦ। ਦੁਨੀਆ ਦੇ ਲਾਲਚਾਂ ਤੇ ਖਿੱਚਾਂ ਦਾ ਸਾਹਿਬਜ਼ਾਦਿਆਂ ਦੇ ਦ੍ਰਿੜ ਇਰਾਦਿਆਂ ਉੱਤੇ ਕੋਈ ਫਰਕ ਨਹੀਂ ਪਿਆ। ਇਸ ਦਾ ਵੱਡਾ ਕਾਰਨ ਉਹ ਪਿਤਾ ਪੁਰਖੀ ਪੂੰਜੀ ਸੀ ਜੋ ਉਹਨਾਂ ਨੇ ਆਪਣੇ ਵਡੇਰਿਆਂ ਤੋਂ ਪ੍ਰਾਪਤ ਕੀਤੀ ਸੀ। ਨਿਰਸੰਦੇਹ ਹੀ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੁਆਰਾ ਦਿੱਤੀਆਂ ਸ਼ਹੀਦੀਆਂ ਬੱਚਿਆਂ ਦੇ ਮਨ ਨੂੰ ਅਡੋਲ ਰੱਖਣ ਵਿੱਚ ਸਹਾਈ ਹੋਈਆਂ। ਹਿੰਦੀ ਦੇ ਰਾਸ਼ਟਰ ਕਵੀ ਮੈਥਿਲੀ ਸ਼ਰਨ ਗੁਪਤ ਨੇ ਆਪਣੇ ਮਹਾਕਾਵਿ ਭਾਰਤ ਭਾਰਤੀ ਵਿੱਚ ਇਸ ਦਾ ਵਰਣਨ ਕਰਦੇ ਹੋਏ ਲਿਖਿਆ ਹੈ, ਜਿਸ ਕੁਲ ਜਾਤ ਕੌਮ ਕੇ ਬੱਚੇ ਦੇ ਸਕਤੇ ਹੋਂ यूं बलिदान, उसका वर्तमान कुछ भी हो पर भविष्य है महामहान। ਬੱਚਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਪਾਸ ਪਹੁੰਚਾਉਣ ਲਈ ਦੀਵਾਨ ਟੋਡਰਮਲ ਨੂੰ ਕਿਹਾ ਗਿਆ, ਜੋ ਕਿ ਇੱਕ ਸਫਲ ਵਪਾਰੀ ਸੀ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਅਨੁਯਾਈ ਸੀ। ਉਸਨੇ ਭਰੇ ਮਨ ਨਾਲ ਮਾਤਾ ਜੀ ਨੂੰ ਇਹ ਕਹਿਰ ਦੀ ਖਬਰ ਸੁਣਾਈ ਤੇ ਕੁਝ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਮਾਤਾ ਜੀ ਨੂੰ ਬੁਰਜ ਤੋਂ ਹੇਠਾਂ ਸੁੱਟ ਕੇ ਸ਼ਹੀਦ ਕੀਤਾ ਗਿਆ। ਕਹਿੰਦੇ ਨੇ ਬੱਚਿਆਂ ਨੂੰ ਸ਼ਹੀਦ ਕਰਕੇ ਉਹਨਾਂ ਦੀਆਂ ਅਤੇ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਬਾਹਰ ਰੱਖਤਾ ਗਿਆ। ਦੀਵਾਨ ਟੋਡਰਮਲ ਨੇ ਜੋਖਮ ਉਠਾਉਂਦੇ ਹੋਏ ਵਜ਼ੀਰ ਖਾਂ ਪਾਸ ਮਾਸੂਮ ਬੱਚਿਆਂ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ। ਵਜ਼ੀਰ ਖਾਂ ਵੱਲੋਂ ਤੁਰੰਤ ਇੱਕ ਫਰਮਾਨ ਜਾਰੀ ਕਰਤਾ ਗਿਆ ਕਿ ਇਹਨਾਂ ਦਾ ਅੰਤਮ ਸੰਸਕਾਰ ਸਰਹਿੰਦ ਦੀ ਧਰਤੀ ਉੱਤੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਸਾਰੀ ਧਰਤੀ ਮੁਗਲ ਸਲਤਨਤ ਦੀ ਹੈ। ਸੰਸਕਾਰ ਲਈ ਦੀਵਾਨ ਟੋਡਰਮਲ ਨੇ ਜਗ੍ਹਾ ਖਰੀਦਣ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਂ ਨੇ ਇਸ ਉੱਤੇ ਇੱਕ ਬਹੁਤ ਹੀ ਸਖਤ ਸ਼ਰਤ ਰੱਖ ਦਿੱਤੀ ਕਿ ਜਿੰਨੀ ਧਰਤੀ ਖਰੀਦਣੀ ਹੈ ਉਤਨੀ ਉੱਤੇ ਖੜੇ ਰੁੱਖ ਮੋਹਰਾਂ ਚਿਣੀਆਂ ਜਾਣ। ਕਹਿੰਦੇ ਨੇ ਦੀਵਾਨ ਟੋਡਰਮਲ ਨੇ ਧਨ ਇਕੱਠਾ ਕਰਕੇ ਸੰਸਕਾਰ ਲਈ ਮੋਹਰਾਂ ਖੜੇ ਰੁੱਖ ਚਿਣ ਕੇ ਮੁਹੰਮਦ ਅਤਾ ਨਾਂ ਦੇ ਇੱਕ ਚੌਧਰੀ ਪਾਸੋਂ ਥੋੜੀ ਜਿਹੀ ਜਗ੍ਹਾ ਖਰੀਦੀ, ਜਿਸ ਉੱਤੇ ਇਹਨਾਂ ਤਿੰਨਾਂ ਦਾ ਸੰਸਕਾਰ ਕੀਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਦਾ ਇਹ ਟੁਕੜਾ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ, ਜੋ ਦੀਵਾਨ ਟੋਡਰਮਲ ਨੇ ਧਰਤੀ ਤੇ ਖੜੇ ਰੁੱਖ ਸੋਨੇ ਦੀਆਂ ਮੋਹਰਾਂ ਚਿਣ ਕੇ ਖਰੀਦਿਆ ਸੀ। ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਅੱਜ ਤੱਕ ਦੁਨੀਆ ਵਿੱਚ ਕੋਈ ਵੀ ਧਰਤੀ ਇਹਨਾਂ ਮੁੱਲ ਤਾਰ ਕੇ ਨਹੀਂ ਖਰੀਦੀ ਗਈ। ਦੂਜੇ ਪਾਸੇ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਮੇਰੀ ਰਿਪੋਰਟ ਦੇ ਆਧਾਰ ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਨਵਾਬ ਵਜ਼ੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਵਾਸਤੇ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰਤਾ ਤਾਂ ਹਾਕਮਾਂ ਵੱਲੋਂ ਮਾਰ ਕੁਟਾਈ ਸ਼ੁਰੂ ਹੋ ਗਈ। ਕਹਿੰਦੇ ਨੇ ਕੁੱਟ ਦਾ ਮਾਰਿਆ ਗੰਗੂ ਮਾਇਆ ਦੇਣੀ ਮੰਨ ਗਿਆ। ਉਸਨੇ ਕਈ ਥਾਂ ਵਿਖਾਏ ਜਿੱਥੇ ਧਨ ਦੱਬਿਆ ਸੀ, ਪਰ ਉਹ ਕਿਸੇ ਜਗ੍ਹਾ ਤੋਂ ਨਹੀਂ ਮਿਲਿਆ। ਕਿਉਂ? ਕਿਉਂਕਿ ਧਨ ਦਾ ਹੜ੍ਹ ਦੇ ਪਾਣੀ ਨਾਲ ਰੁੜ ਗਿਆ ਸੀ। ਹਾਕਮ ਸਮਝ ਰਿਹਾ ਸੀ ਕਿ ਗੰਗੂ ਉਹਨਾਂ ਨੂੰ ਜਾਣ-ਬੁੱਝ ਕੇ ਧੋਖਾ ਦੇ ਰਿਹਾ, ਬੇਵਕੂਫ ਬਣਾ ਰਿਹਾ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਕਹਿੰਦੇ ਨੇ ਜਿਸ ਦਾ ਨਤੀਜਾ ਕੀ ਨਿਕਲਿਆ ਕਿ ਗੰਗੂ ਕੁੱਟ ਖਾਂਦਾ ਖਾਂਦਾ ਮਰ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣੇ ਮਹਾਨ ਸਿੱਖ ਯੋਧੇ ਨੇ 12 ਮਈ 1710 ਨੂੰ ਸਰਹਿੰਦ ਉੱਤੇ ਧਾਵਾ ਬੋਲਤਾ। ਸਰਹਿੰਦ ਪਾਸ ਚਪੜਚਿੜੀ ਦੇ ਮੈਦਾਨ ਵਿੱਚ ਜੰਗ ਹੋਈ ਸੀ, ਜਿਸ ਵਿੱਚ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਂ ਮਾਰਿਆ ਗਿਆ। ਇਸ ਲੜਾਈ ਵਿੱਚ 6000 ਸਿੱਖ ਸ਼ਹੀਦ ਹੋ ਗਏ। ਫਤਿਹ ਪ੍ਰਾਪਤ ਕਰਨ ਪਿੱਛੋਂ ਸੁੱਚਾਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨੱਕ ਵਿੱਚ ਨਕੇਲ ਪਾ ਕੇ
ਉਸ ਨੂੰ ਹੱਟੀ ਹੱਟੀ ਫਰਾਇਆ ਗਿਆ। ਹਰ ਥਾਂ ਉੱਤੇ ਉਸ ਨੂੰ ਜੁੱਤੀਆਂ ਪੈਂਦੀਆਂ ਸਨ। ਉਹ ਜੁੱਤੀਆਂ ਖਾਂਦਾ ਖਾਂਦਾ ਹੀ ਨਰਕ ਜਾ ਪੁੱਜਾ। ਸਰਹਿੰਦ ਦੀ ਜਿੱਤ ਪਿੱਛੋਂ ਸਰਹਿੰਦ ਦੇ ਪਰਗਣਿਆਂ ਦੇ ਫੌਜਦਾਰਾਂ ਨੇ ਈਨ ਮੰਨ ਲਈ। ਦੀਵਾਨ ਟੋਡਰਮਲ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲੇ ਤੇ ਸਤਿਕਾਰ ਵਜੋਂ ਉਹਨਾਂ ਨੇ ਵੱਡੀ ਰਕਮ ਵੀ ਭੇਟ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸੇਠ ਟੋਡਰਮਲ ਤੋਂ ਵਜ਼ੀਰ ਖਾਂ ਤੇ ਉਸ ਦੇ ਅਹਿਲਕਾਰਾਂ ਵੱਲੋਂ ਭੋਲੀ ਭਾਲੀ ਜਨਤਾ ਤੇ ਕੀਤੇ ਗਏ ਜ਼ੁਲਮ ਦੀਆਂ ਸਾਰੀਆਂ ਘਟਨਾਵਾਂ ਨੂੰ ਸੁਣਿਆ। ਦੀਵਾਨ ਟੋਡਰਮਲ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਲੀ ਥਾਂ ਦੀ ਨਿਸ਼ਾਨਦੇਹੀ ਕਰਕੇ ਉਸ ਦੇ ਦੁਆਲੇ ਚਾਰ ਦੀਵਾਰੀ ਬਣਾਤੀ। ਸਰਹਿੰਦ ਦੇ ਪੂਰੇ ਸੂਬੇ ਦੀ ਆਮਦਨ 36 ਲੱਖ ਰੁਪਏ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰਨ ਤੋਂ ਬਾਅਦ ਦਰਬਾਰ ਲਾਇਆ। ਇਲਾਕੇ ਦੇ ਮੰਨੇ ਪ੍ਰਮੰਨੇ ਚੌਧਰੀ ਦਰਬਾਰ ਵਿੱਚ ਹਾਜ਼ਰ ਹੋਏ। ਚਰਨਾਰਥਲ ਦਾ ਚੌਧਰੀ ਤੇ ਜਰਗ ਦਾ ਚੌਧਰੀ ਮੋਹਰਾਂ ਦਾ ਥਾਲ ਤੇ ਗੁਰਜ ਲੈ ਕੇ ਪੇਸ਼ ਹੋਏ। ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਈਨ ਮੰਨ ਲਈ। ਬਾਬਾ ਬੰਦਾ ਸਿੰਘ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਤੇ ਭਾਈ ਆਲੀ ਸਿੰਘ ਸਲੌਦੀ ਨੂੰ ਸਹਾਇਕ ਗਵਰਨਰ ਥਾਪ ਕੇ ਆਪ ਸਢੌਰੇ ਦੇ ਨੇੜੇ ਇੱਕ ਛੋਟੇ ਜਿਹੇ ਪਹਾੜੀ ਕਿਲੇ ਲੋਹਗੜ੍ਹ ਵਿੱਚ ਚਲੇ ਗਏ। ਇਹ ਰਾਜ ਜ਼ਿਆਦਾ ਦੇਰ ਕਾਇਮ ਨਾ ਰਹਿ ਸਕਿਆ। 14 ਜਨਵਰੀ 1764 ਈਸਵੀ ਨੂੰ ਸਰਹਿੰਦ ਦੇ ਨਵਾਬ ਜੈਨ ਖਾਨ ਨੂੰ ਹਾਰ ਦੇ ਕੇ ਸਿੰਘਾਂ ਨੇ ਸਰਹਿੰਦ ਨੂੰ ਫਿਰ ਫਤਿਹ ਕਰ ਲਿਆ। ਸਿੱਖ ਸਰਦਾਰਾਂ, ਜਿਨ੍ਹਾਂ ਵਿੱਚ ਫੂਲਕੀਆ ਮਿਸਲ ਦਾ ਵੀ ਕਾਫੀ ਹੱਥ ਸੀ, ਨੇ ਪਵਿੱਤਰ ਗੁਰਧਾਮਾਂ ਵੱਲ ਤੁਰੰਤ ਧਿਆਨ ਦਿੱਤਾ। ਸਰਹਿੰਦ ਦੀ ਫਤਿਹ ਤੋਂ ਬਾਅਦ ਕੋਈ ਵੀ ਇਸ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਸੀ ਲੈਣਾ ਚਾਹੁੰਦਾ। ਕਿਉਂ? ਕਿਉਂਕਿ ਸਾਹਿਬਜ਼ਾਦਿਆਂ ਉੱਤੇ ਕਹਿਰ ਕਾਰਨ ਇਸ ਥਾਂ ਨੂੰ ਮਨਹੂਸ ਸਮਝਿਆ ਜਾਂਦਾ ਸੀ। ਇਸ ਲਈ ਗੁਰਮਤਾ ਕਰਕੇ ਸਿੰਘਾਂ ਨੇ ਇਹ ਸ਼ਹਿਰ ਭਾਈ ਬੁੱਢਾ ਸਿੰਘ, ਜੋ ਪ੍ਰਸਿੱਧ ਭਾਈ ਭਗਤ ਜੀ ਦੀ ਅੰਸ਼ ਵਿੱਚੋਂ ਸਨ, ਨੂੰ ਅਰਦਾਸ ਕਰਵਾ ਦਿੱਤਾ ਤੇ ਉਹਨਾਂ ਪਾਸੋਂ ਫੇਰ ਪਟਿਆਲੇ ਦੇ ਮਹਾਰਾਜੇ ਤੇ ਫੂਲਕੀਆ ਮਿਸਲ ਦੇ ਸਰਦਾਰ ਆਲਾ ਸਿੰਘ ਨੇ 2 ਅਗਸਤ 1764 ਨੂੰ 25,000 ਰੁਪਏ ਵਿੱਚ ਖਰੀਦ ਲਿਆ। ਪੁਰਾਣੇ ਸਿੱਖ ਅਜੇ ਵੀ ਇਸ ਨੂੰ ਗੁਰੂ ਮਾਰੀ ਸਰਹਿੰਦ ਕਹਿੰਦੇ ਹਨ। ਫੂਲ ਬੰਸੀ ਬਾਬਾ ਆਲਾ ਸਿੰਘ ਨੇ ਸਰਹਿੰਦ ਉੱਪਰ ਕਬਜ਼ਾ ਕਰਨ ਉਪਰੰਤ 12 ਮਿਸਲਾਂ ਦੇ ਮਿਲਵਰਤਨ ਨਾਲ ਸਭ ਤੋਂ ਪਹਿਲਾ ਕੰਮ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਨੀਂਹ ਰਖਵਾਈ। ਰਿਆਸਤ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਸੰਨ 1813 ਈਸਵੀ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦੇ ਸਾਕੇ ਨੂੰ ਸਦੀਵੀ ਰੂਪ ਵਿੱਚ ਰੱਖਣ ਲਈ ਇੱਕ ਗੁਰਦੁਆਰਾ ਬਣਾਉਣ ਦੀ ਯੋਜਨਾ ਬਣਾਈ। ਉਹਨਾਂ ਨੇ ਨਾ ਕੇਵਲ ਗੁਰਦੁਆਰਾ ਜੋਤੀ ਸਰੂਪ ਦੀ ਹੀ ਸੇਵਾ ਕੀਤੀ, ਸਗੋਂ ਲੰਗਰ ਦੀ ਪ੍ਰਥਾ ਵੀ ਚਾਲੂ ਕੀਤੀ। ਮਹਾਰਾਜਾ ਨਰਿੰਦਰ ਸਿੰਘ ਨੇ ਆਪਣੇ ਪੂਰਬ ਉੱਤਰਾਧਿਕਾਰੀਆਂ ਦੇ ਪ੍ਰਲੋਕ ਸੁਧਾਰ ਜਾਣ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਸਕੀਮਾਂ ਸਨ, ਯੋਜਨਾਵਾਂ ਸਨ, ਉਹਨਾਂ ਨੂੰ ਸਿਰੇ ਚਾੜਿਆ। ਇਹ ਸੀ ਜੀ ਉਹ ਇਤਿਹਾਸ ਜੋ ਸਾਹਿਬਜ਼ਾਦਿਆਂ ਨੇ ਤੇ ਗੁਰੂ ਕੇ ਸਿੱਖਾਂ ਨੇ ਉਹ ਬਚਨ ਜੋ ਗੁਰੂ ਜੀ ਨੇ ਇੱਕ ਸਬਕ ਦੇ ਤੌਰ ਤੇ ਦਿੱਤੇ ਸਨ, ਉਹਨਾਂ ਨੂੰ ਹਿਰਦੇ 'ਚ ਵਸਾ ਕੇ ਅਮਲੀ ਜਾਮਾ ਭਾਵ ਪ੍ਰੈਕਟੀਕਲ ਰੂਪ ਵਿੱਚ, ਕਿਉਂਕਿ ਮੈਂ ਬਾਰ-ਬਾਰ ਬੇਨਤੀ ਕਰਦਾ, ਸਿੱਖੀ ਕਹਿਣ ਨਾਲ ਨਹੀਂ ਹੁੰਦੀ। ਕਹਿਣ ਨੂੰ ਆਪਾਂ ਸਾਰੇ ਹੀ ਸਿੱਖ ਹਾਂ। ਸਿੱਖੀ ਹੈ ਕਰਨੀ ਦਾ ਨਾਮ, ਜੀਵਨ ਹੈ। ਜੇ ਜੀਵਨ ਨਹੀਂ ਤਾਂ ਪਖੰਡੀ, ਭੇਖਧਾਰੀ, ਭੇਖੀ ਸਿੱਖ ਤਾਂ ਆਪਾਂ ਹੋ ਸਕਦੇ ਹਾਂ, ਪਰ ਗੁਰੂ ਕੇ ਸਿੱਖ ਨਹੀਂ ਹੋ ਸਕਦੇ। ਗੁਰੂ ਕੇ ਸਿੱਖ ਤਾਂ ਹੀ ਆ। ਚਲੋ ਇਸ ਵੇਲੇ ਜੋ ਸਮਾਂ ਹੈ, ਉਸ ਸਮੇਂ ਦੇ ਮੁਤਾਬਕ ਬੇਸ਼ੱਕ ਸਾਨੂੰ ਵਿੱਚ ਬਹੁਤੀਆਂ ਸ਼ਹੀਦੀਆਂ ਦੀ ਲੋੜ ਨਹੀਂ। ਇਸ ਵੇਲੇ ਭਾਵੇਂ ਸਭ ਕੁਝ ਹੋ ਰਿਹਾ, ਪਰ ਫਿਰ ਵੀ ਸ਼ਹੀਦੀਆਂ ਦੇ ਕੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਜੋ ਪ੍ਰਾਪਤ ਕੀਤਾ ਸੀ ਉਹ ਵੀ ਅਸੀਂ ਕੁਝ ਬਿਨਾਂ ਸਬਕ ਲਏ ਤੋਂ, ਇਤਿਹਾਸ ਤੋਂ ਸਿੱਖੇ ਤੋਂ ਬਿਨਾਂ ਅਸੀਂ ਭੰਗ ਦੇ ਪਹਾੜੇ ਉਹ ਵੀ ਉਜਾੜ ਦਿੱਤਾ।
इसलिए हुण दर दर भटक रहे हैं। ये सारा कुछ प्राप्त करन लई सब तो पहलां सानूं अपना आचरण भाव साडा करैक्टर प्रैक्टिकल तौर ते, क्योंकि दुनिया दी जिहड़ी ऐशो इशरत दीयां चीज़ां ने वो तो आनियां जानियां ने, पर जो करैक्टर है, जो कौम दा चाल चलन है, आचरण है, करैक्टर है, वो एक बारी खुंझ गया तो बस फिर नहीं वापस आएगा। अरदास उस मालिक दे चरनां विच सच्चे पातशाह सानू भी ये वचन साडे हिरदे विच वस जाण ते साडे विचों भी डर निकल जावे। किस चीज़ का डर? मौत का डर। पर ये औखा इस करके लग रहा है क्योंकि साडा प्रचार जो है वो प्रचार सानू डरा रहा है, वो साडे दिलों दे विच डर पैदा कर रहा है। ते जिहड़ा बंदा डरदा वो तो मौत तो होर भी डरेगा। सब तो पहला सानू गुरु दे वचनां नू हिरदे विच अपनाउणा पएगा, क्योंकि गुरु महाराज ने हुक्म कीते ने, निरभौ जपै सगल भौ मिटै। अज गाथा उन्हां दी सुनाई जा रही है जिन्हां ने निरभौ नू जपिया ते सारे डर मुका के शहीदियां देण तो भी नहीं डरे। ते मेरे वर्गे घर बैठे ही कंबी जाते ने। वाहिगुरू मेहर करे, सानू समत बख्शण, चढ़दी कला बख्शण, ताकि असीं भी गुरु दे बचनां नू, इन्हां शहीदियां नू अपने हिरदियां विच वसाउंदे होए अपने बच्चियां नू उस अपने असल नाल जोड़ सकीए जिथे सब सुख ही है रे। सब कुछ उस जिन्हों असीं कहंदे आ निहाल 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 हो जाइदा है। हुईआं गलतियां दी खिमा। वाहिगुरू जी का खालसा, वाहिगुरू जी की फतेह। हाँ जी, ये रेडियो सिंहनाद है। रेडियो सिंहनाद तो इस वेले अज 16 पोह संमत 555 नानक शाह के मुताबिक दिन है जी शुक्रवार 29 दसंबर 2023। शाम के वेले गुरबाणी विचार प्रोग्राम पेश किया जा रहा है तो थोड़ी सेवा च हाज़र है जसवीर सिंह। तो जिन्हां दे थोड़े वीरां भैणां दे मैसेज आए ने वो भी मैं पढ़न तो पहला एक बारी फिर धन्नवाद करदा जावां। सरदार सुखबीर सिंह जी माहल जिहड़े साडे नौजवान वीर ने इस वीकेंड दे जिहड़े प्रोग्राम ने जो गुरु महाराज दे बचनां दे मुताबिक घर घर तक पहुँचाने लई जो सेवा कीती है, गुरु महाराज सेवा थाएं पाउण, चढ़दी कला बख्शिश करन। हाँ जी, स्विट्जरलैंड तो सरदार गुरदेव सिंह जी फतेह सांझी कर रहे हैं। बहुत बहुत धन्यवाद। गुरु महाराज चढ़दी कला बख्शिश करन। ते इसी तरह जी संधू जी बहुत बहुत धन्यवाद। तो एक होर वीर जी सरदार रंधावा जी, थैंक यू जी, बहुत बहुत धन्यवाद। गुरु महाराज चढ़दी कला बख्शिश करन। तो चंडीगढ़ तो पुनीत पाल सिंह जी भोगल कहते ने धन्यवाद अंकल जी, थोड़ा प्रोग्राम सुन रहा हाँ, थैंक यू जी, बहुत बहुत धन्यवाद। मेरे पातशाह रहमत करन। तो इस तरह जी सानू जड़े होर मैसेज आए हैं, पवनजीत कौर जी बहुत बहुत धन्यवाद। तो सरदार शमशेर सिंह जी राय, तो सरदार कुलदीप सिंह जी बहुत बहुत धन्यवाद। लीड्स तो सरदार अरविंदर सिंह जी सीरा बहुत धन्यवाद। चंडीगढ़ तो सरदार निर्मल सिंह जी ढिल्लों, थैंक यू जी। तो जडिंग तो साडे वीर जी सरदार जगजीत सिंह जी बहुत बहुत धन्यवाद। गुरु महाराज चढ़दी कला बख्शिश करें। तो लुधियाने तो साडे वीर जी मनजिंदर सिंह जी थिंद, थैंक यू जी, बहुत बहुत धन्यवाद थोड़ा फतेह सांझी करने लई। गुरु महाराज चढ़दी कला बख्शिश करन। तो इस तरह जी हेस तो सरदार चमकौर सिंह जी बहुत बहुत धन्यवाद। सरदार परमजीत सिंह जी हेस तो बहुत बहुत धन्यवाद। तो
ਸਰਦਾਰ ਜਸਵੰਤ ਸਿੰਘ ਜੀ ਵਿਰਦੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਸਾਡੇ ਵੀਰ ਤੇ ਕੁਲੀਗ ਵੀ ਸੇਵਕ ਜੀ, ਬਹੁਤ ਬਹੁਤ ਧੰਨਵਾਦ। ਤੇ ਹਰਿਆਣੇ ਤੋਂ ਜੀ ਪ੍ਰਵੀਨ ਕੁਮਾਰ ਜੀ, ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੈਸਟਨ ਤੋਂ ਸਰਬਜੀਤ ਸਿੰਘ ਜੀ ਕਹਿਲੇ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਕੁਲਵੰਤ ਸਿੰਘ ਜੀ ਖੰਗੂੜਾ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਸਰਦਾਰ ਸਤਿੰਦਰ ਸਿੰਘ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬੈਕਸਰੀ ਹੀ ਤੋਂ ਬੀਬੀ ਜਗਦੀਸ਼ ਕੌਰ ਜੀ, ਬਹੁਤ ਬਹੁਤ ਧੰਨਵਾਦ। ਨਾਰਵੇ ਤੋਂ ਸਰਦਾਰ ਗੁਰਸ਼ਨ ਸਿੰਘ ਜੀ ਢਿੱਲੋਂ, ਥੈਂਕ ਯੂ ਜੀ। ਹੇਸ ਤੋਂ ਸਰਦਾਰ ਅਮਰਪਾਲ ਸਿੰਘ ਜੀ ਹੰਸਰਾ, ਥੈਂਕ ਯੂ ਜੀ। ਹਾਲੈਂਡ ਤੋਂ ਜਤਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਫਰੀਦਾਬਾਦ ਤੋਂ ਬੱਚੀ ਗੁਰਸ਼ਨਜੀਤ ਕੌਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਸਰਦਾਰ ਪ੍ਰਤਾਪ ਸਿੰਘ ਜੀ ਭੋਗਲ, ਥੈਂਕ ਯੂ ਜੀ, ਫਤਿਹ ਸੰਜੀ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ। ਤੇ ਅਮਰੀਕਾ ਤੋਂ ਸਾਡੇ ਭਾਈ ਸਾਹਿਬ ਜੀ ਸਰਦਾਰ ਚਮਕੌਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਹਾਈ ਵਿਕਮ ਤੋਂ ਸੋਨੀ ਸੰਧੂ ਜੀ, ਬਹੁਤ ਬਹੁਤ ਧੰਨਵਾਦ। ਡਰਬੀ ਤੋਂ ਡਾਕਟਰ ਹਰਦਿਆਲ ਸਿੰਘ ਜੀ ਢਿੱਲੋਂ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਗੁੱਡ ਮੇਜ਼ ਤੋਂ ਬੀਬੀ ਬਲਵੀਰ ਕੌਰ ਜੀ, ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਸਲੋਹ ਤੋਂ ਸਾਡੇ ਸਾਥੀ ਲక్ష్మణ ਰਾਮ ਜੀ ਕੋਲ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੇ ਜੈਰਡਸ ਕ੍ਰੋਸ ਤੋਂ ਸਰਦਾਰ ਸੰਤੋਖ ਸਿੰਘ ਜੀ ਭੋਗਲ, ਬਹੁਤ ਬਹੁਤ ਧੰਨਵਾਦ ਜੀ। ਹੇਸ ਤੋਂ ਬੀਬੀ ਜਸਵੀਰ ਕੌਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਵੇਲਸ ਤੋਂ ਬੀਬੀ ਸਿਮਰ ਕੌਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਰਮਿੰਗਮ ਤੋਂ ਜੇ ਸਿੰਘ ਜੀ ਸੋਹਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਕਲਕੱਤੇ ਤੋਂ ਹਰਜਿੰਦਰ ਸਿੰਘ ਜੀ ਕਿੰਗਰਾ, ਥੈਂਕ ਯੂ ਜੀ। ਤੇ ਇੱਕ ਵਾਰੀ ਫਿਰ ਸਰਦਾਰ ਤਰਲੋਚਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸੇ ਤਰ੍ਹਾਂ ਜੀ ਸਰਦਾਰ ਸੁਖਵੀਰ ਸਿੰਘ ਜੀ ਮਾਲ, ਬਹੁਤ ਬਹੁਤ ਧੰਨਵਾਦ। ਲਓ ਜੀ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਕੱਲ੍ਹ ਸਵੇਰੇ ਫਿਰ ਆਵਾਜ਼ ਦੇ ਰਾਹੀਂ ਸਾਂਝ ਪਾਵਾਂਗੇ। ਅੱਜ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਤੇ ਕੋਸ਼ਿਸ਼ ਕੀਤੀ ਗਈ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਬਾਕੀ ਆਪ ਤੁਹਾਡਾ ਸਾਰਾ ਪਿਆਰ ਸਤਿਕਾਰ ਉਹ ਬਹੁਤ ਹੀ ਜ਼ਰੂਰੀ ਹੈ ਅਤੇ ਤੁਸੀਂ ਭੇਜਦੇ ਹੋ, ਅਤੇ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਪੇਸ਼ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ। ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਕਿਹਾ ਗਿਆ ਹੋਵੇ, ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੋਵੇ, ਤਾਂ ਮੈਂ ਖਿਮਾ ਦਾ ਜਾਚਕ ਹਾਂ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ